ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਜਿਨ੍ਹਾਂ ਖਬਰਾਂ ਤੇ ਅੱਜ ਚਰਚਾ ਕਰਾਂਗੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦਾ ਗੱਠਜੋੜ ਹੋਇਆ। ਪੰਜਾਬ ਵਿੱਚ ਹੋਰ ਸਿਆਸੀ ਪਾਰਟੀ ਬਣ ਚੁੱਕੀ ਹੈ ਤੇ ਉਧਰ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਆਖਰਕਾਰ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦਾ ਗੱਠਜੋੜ ਹੋ ਗਿਆ। ਗੱਠਜੋੜ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਜੱਗ ਜ਼ਾਹਰ ਹੋ ਗਈ ਫਿਰ ਗੱਲ। ਨਵਜੀਤ ਜੀ, ਗੱਲ ਪਹਿਲਾਂ ਵੀ ਜੱਗ ਜਾ ਰਹੀ ਸੀ, ਹੁਣ ਤਾਂ ਇੱਕ ਕਿਸਮ ਦਾ ਉਹਨਾਂ ਨੇ ਉਹਦੇ ਉੱਤੇ ਮੋਹਰ ਲਾਈ ਹੈ ਜੀ ਕਿ ਭਾਜਪਾ ਦਾ ਪੰਜਾਬ ਦਾ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਕੇਂਦਰੀ ਮੰਤਰੀ ਹੈ। ਉਹਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਮੀਟਿੰਗ ਕੀਤੀ ਹੈ। ਜੀ ਉਹਨਾਂ ਸਭ ਕੁਝ ਤੈਅ ਕਰ ਲਿਆ ਕਿ ਆਪਾਂ ਗੱਲ ਕਰਾਂਗੇ। ਇਸ ਤੋਂ ਬਾਅਦ ਅਗਲਾ ਕੰਮ ਹੁੰਦਾ ਕਿ ਐਲਾਨ ਕਰਨਾ ਕੌਣ ਕਿੰਨੀਆਂ ਸੀਟਾਂ ਲੜੇਗਾ। ਇਹ ਵੀ ਉਹਨਾਂ ਨੇ ਤੈਅ ਕਰ ਲਿਆ, ਪਰ ਐਲਾਨ ਇਸ ਕਰਕੇ ਨਹੀਂ ਕੀਤਾ ਕਿ ਇਹ 3 ਜਣਿਆਂ ਚੋਂ ਕਿਸੇ ਇੱਕ ਤੋਂ ਕਰਾਉਣਾ ਚਾਹੁੰਦੇ ਆ। ਪਹਿਲਾ ਨੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕਰੇ ਜੀ, ਜਿਹਦਾ ਟਾਈਮ ਨਹੀਂ ਲੱਗਦਾ, ਕਿਸੇ ਪਾਸੇ ਬਿਜੀ ਹੈ। ਤੇ ਦੂਸਰਾ ਨੰਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਖਿਆ ਜਾਵੇ, ਸ਼ਾਹ ਜੀ ਤੁਸੀਂ ਇੰਨਾ ਕੰਮ ਕਰ ਦਿਓ। ਜੇ ਉਹਦੇ ਵੀ ਕਿਤੇ ਸ਼ਡਿਊਲ ਦੇ ਵਿੱਚੋਂ, ਉਹਦੇ ਸਮਾਂ ਸੂਚੀ ਦੇ ਵਿੱਚੋਂ ਟਾਈਮ ਨਹੀਂ ਨਿਕਲਦਾ, ਤੇ ਤੀਜਾ ਬੰਦਾ ਫਿਰ ਹੈਗਾ ਕਿ ਭਾਜਪਾ ਦਾ ਸਾਰੇ ਦੇਸ਼ ਦਾ ਪ੍ਰਧਾਨ ਹੈ ਜਗਤ ਪ੍ਰਕਾਸ਼ ਨੱਡਾ। ਉਹ ਤਾਂ ਬਿਆਨ ਬੁਣ ਦੇਣ ਨੂੰ ਰੱਖਿਆ, ਉੱਦਾਂ ਉਹਦੇ ਕੋਲ ਕੰਮ ਕਿਹੜਾ ਜੀ। ਕੰਮ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੀ ਕਰਦੇ ਆ। ਉਹ ਹਿਮਾਚਲ ਦਾ ਹੈਗਾ, ਉਹਨੂੰ ਹਿਮਾਚਲ ਵਿੱਚ ਵੀ ਬਹੁਤਾ ਕੋਈ ਪੁੱਛਦਾ ਨਹੀਂ, ਕੇਂਦਰ 'ਚ ਵੀ ਪੁੱਛਦਾ ਨਹੀਂ। ਉਹਨੂੰ ਲਿਆ ਕੇ ਤੇ ਉਹਦੇ ਤੋਂ ਐਲਾਨ ਕਰਵਾ ਲੈਣਗੇ। ਜਿਹੜੀ ਸੀਟਾਂ ਦੀ ਵੰਡ ਦੋਵਾਂ ਧਿਰਾਂ ਨੇ ਕੀਤੀ ਹੈ ਉਹ ਸਾਹਮਣੇ ਆ ਗਈ ਹੈ। ਪੰਜਾਬ ਦੀਆਂ 117 ਸੀਟਾਂ, ਉਹਨਾਂ 'ਚੋਂ 70 ਸੀਟਾਂ ਭਾਜਪਾ ਲੜੇਗੀ, 35 ਸੀਟਾਂ ਉਹਨਾਂ ਨੇ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਨੂੰ। ਬਾਕੀ ਦੀਆਂ 12 ਸੀਟਾਂ ਛੱਡੀਆਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਬਾਰੇ ਵਾਸਤੇ, ਉਹਨਾਂ ਵਾਸਤੇ ਛੱਡੀਆਂ। ਜੇ ਤਾਂ ਉਹ ਆਗੇ ਨਾਲ ਮੰਨ ਗਏ 12 ਸੀਟਾਂ ਤੇ ਠੀਕ ਆ। ਆਖਰਕਾਰ ਕੈਪਟਨ ਅਮਰਿੰਦਰ ਸਿੰਘ ਵੀ ਤਾਂ 80 MLAs ਦੀ ਵਿਧਾਇਕ ਪਾਰਟੀ ਦਾ ਮੁੱਖ ਮੰਤਰੀ ਹੁੰਦਾ ਸੀ, ਤੇ ਹੁਣ 35 ਸੀਟਾਂ ਤੇ ਚੋਣ ਲੜਨਾ ਮੰਨ ਗਿਆ ਨਾ। ਬਿਲਕੁਲ। 35 ਚੋਂ 35 ਜਿੱਤਦਾ, 25 ਜਿੱਤਦਾ, 15 ਜਿੱਤਦਾ ਕਿ 5 ਵੀ ਨਹੀਂ ਜਿੱਤਦਾ ਤੇ ਅਜੇ ਪਤਾ ਨਹੀਂ, ਪਰ 80 ਤੋਂ 35 ਤੇ ਆ ਹੀ ਗਿਆ ਨਾ। ਕਿ ਜੇ 12 ਸੀਟਾਂ ਤੇ ਮੰਨ ਜਾਵੇ ਤੇ ਸਮਝੌਤਾ ਕਾਇਮ ਹੈ। ਜੇ ਆ ਕੇ ਸਾਨੂੰ 12 ਥੋੜ੍ਹੀਆਂ, ਜਾ ਕੇ ਸਾਡੇ ਬੰਦੇ ਅਜੇ ਮੰਨਦੇ ਨਹੀਂ, ਤੇ ਫਿਰ ਠੀਕ ਆ, ਉਹਨੂੰ ਪਾਸੇ ਰਹਿਣ ਦੇ। ਇਹ 12 ਵੀ ਉਸੇ ਫਾਰਮੂਲੇ 'ਚ 8 ਭਾਜਪਾ ਲੈ ਜਾਏਗੀ, 4 ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀਆਂ 78 ਹੋ ਜਾਣਗੀਆਂ, ਇਹਦੀਆਂ 39 ਰਹੇਗਾ ਭਾਜਪਾ ਤੋਂ ਅੱਧ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਜੀ। ਇਹ ਸਾਰਾ ਕੁਝ ਫਾਰਮੂਲਾ ਉਹਨਾਂ ਨੇ ਤੈਅ ਕਰ ਲਿਆ। ਐਲਾਨ ਕਰਨਾ ਬਾਕੀ ਰਹਿ ਗਿਆ। ਦੂਜੀ ਗੱਲ ਹੁੰਦੀ ਹੈ ਨੀਤੀਆਂ ਦੀ, ਕਿ ਆਪਾਂ ਪਾਲਿਸੀ ਪ੍ਰੋਗਰਾਮ ਲੋਕਾਂ ਸਾਹਮਣੇ ਕੀ ਪੇਸ਼ ਕਰਨਾ। ਉਸ ਪਾਲਿਸੀ ਡਾਕੂਮੈਂਟ ਬਾਰੇ ਅਜੇ ਇਹਨਾਂ ਨੂੰ ਪ੍ਰਧਾਨ ਮੰਤਰੀ ਤੋਂ, ਗ੍ਰਹਿ ਮੰਤਰੀ ਤੋਂ ਪੁੱਛਣਾ ਪੈਣਾ। ਕੈਪਟਨ ਅਮਰਿੰਦਰ ਸਿੰਘ ਇੱਥੇ ਮੁੜ ਮੁੜ ਕੇ ਇਹ ਗੱਲ ਦੁਹਰਾਉਂਦਾ ਰਿਹਾ ਕਿ ਪਾਕਿਸਤਾਨ ਤੋਂ ਬਹੁਤ ਖਤਰਾ, ਅੱਤਵਾਦ ਤੋਂ ਬਹੁਤ ਖਤਰਾ, ਮੈਂ ਤੇ ਆਹ ਕਰ ਦੂੰ, ਮੈਂ ਉਹ ਕਰ ਦੂੰ। ਉਹ ਸਾਰੀਆਂ ਹੀ ਗੱਲਾਂ ਉਹ ਨੇ ਜਿਹੜੀਆਂ ਮੋਦੀ ਚਾਹੁੰਦਾ ਹੈ, ਭਾਜਪਾ ਚਾਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਰੇ। ਜੀ ਜਦੋਂ ਉਹਨਾਂ ਵਾਲੇ ਕਹਿਣ ਵਾਲੀਆਂ ਗੱਲਾਂ ਉਹਨਾਂ ਨਾਲੋਂ ਵੱਧ ਜ਼ੋਰ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਜਾਣੀਆਂ, ਤੇ ਸੀਟਾਂ ਛੱਡਣ ਛਡਾਉਣ 'ਚ ਉਹਨੂੰ ਅੱਗੇ ਲਾ ਕੇ ਤੋਰਨ 'ਚ ਇਹਨਾਂ ਨੂੰ ਫਰਕ ਹੀ ਪੈਂਦਾ। ਥੋੜ੍ਹੀਆਂ ਸੀਟਾਂ ਸੀਗੀਆਂ ਨਤੀਸ਼ ਕੁਮਾਰ ਦੀਆਂ, ਵੱਧ ਸੀ ਭਾਜਪਾ ਦੀਆਂ, ਮੁੱਖ ਮੰਤਰੀ ਉਹਨੂੰ ਬਣਾ ਹੀ ਦਿੱਤਾ ਨਾ। ਬਿਲਕੁਲ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਥੇ ਥੋੜ੍ਹੀਆਂ ਸੀਟਾਂ ਦੇ ਕੇ ਕੱਲ੍ਹ ਨੂੰ ਲੋੜ ਪਈ ਤੇ ਮੁੱਖ ਮੰਤਰੀ ਬਣਾਇਆ ਜਾ ਸਕਦਾ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਤਾਂ ਨਹੀਂ ਵੀ ਇਹ 'ਚ ਕੋਈ ਬੇਇੱਜ਼ਤੀ ਹੈ, ਮੁੱਖ ਮੰਤਰੀ ਤੇ ਮੈਂ ਹਾਂ ਜੀ। ਇੱਦਾਂ ਦੇ ਸੌਦੇ ਕਈ ਵਾਰੀ ਹੁੰਦੇ ਰਿਹਾ, ਕਈ ਪਾਰਟੀਆਂ ਪੁੱਛ ਕਰਦੀਆਂ ਰਹੀਆਂ। ਇੱਕ ਵਾਰੀ ਮਹਾਰਾਸ਼ਟਰ 'ਚ ਵੀ ਸ਼ਰਦ ਪਵਾਰ ਦੀਆਂ ਸੀਟਾਂ ਵੱਧ ਸੀ ਤੇ ਕਾਂਗਰਸ ਦੀਆਂ ਘੱਟ, ਮੁੱਖ ਮੰਤਰੀ ਨਾ ਬਣ ਗਿਆ ਸੀ। 2 ਵਾਰੀ ਕੇਰਲਾ 'ਚ ਇਸ ਤਰ੍ਹਾਂ ਆ ਚੁੱਕਾ ਸੀ ਕਿ CPI ਦਾ ਤੇ ਕਾਂਗਰਸ ਦਾ ਸਮਝੌਤਾ ਸੀ CPM ਦੇ ਖਿਲਾਫ। ਕਾਂਗਰਸ ਵਾਲੇ ਪਿੱਛੇ ਰਹਿ ਕੇ CPI ਦਾ ਜਿਹੜਾ ਲੀਡਰ ਸੀ ਉਹਨੂੰ ਮੁੱਖ ਮੰਤਰੀ ਬਣਾਉਂਦੇ ਸੀ, ਥੋੜ੍ਹੀਆਂ ਜਿਹੀਆਂ ਸੀਟਾਂ ਦੇ ਬਾਵਜੂਦ, ਸਿਰਫ ਇਸ ਕਰਕੇ ਕਿ CPM ਨੂੰ ਚੜਾਉਣਾ ਸੀ ਜੀ। ਉਹ ਵੇਲਾ ਹੁਣ 40-50 ਸਾਲ ਪੁਰਾਣੀਆਂ ਗੱਲਾਂ ਨੇ। ਮਹਾਰਾਸ਼ਟਰ ਵਾਲੀਆਂ ਵੀ 10-12 ਸਾਲ ਪੁਰਾਣੀਆਂ ਗੱਲਾਂ ਨੇ, 20 ਸਾਲ ਪੁਰਾਣੀਆਂ। ਬਿਹਾਰ ਦੀ ਤੇ ਜੇ ਤਾਜ਼ਾ ਇਸ ਵੇਲੇ ਨਤੀਸ਼ ਕੁਮਾਰ ਰਾਜ ਕਰਦਾ ਪਿਆ, ਥੋੜ੍ਹੀਆਂ ਸੀਟਾਂ ਨਾਲ ਰਾਜ ਕਰ ਰਿਹਾ ਤੇ ਬਹੁਤੀਆਂ ਸੀਟਾਂ ਵਾਲੀ ਭਾਜਪਾ ਹਮਾਇਤ ਦਿੰਦੀ ਪਈ ਹੈ।
ਐਨ ਉਹ ਫਾਰਮੂਲਾ ਪੰਜਾਬ ਵਿੱਚ ਅਪਣਾਇਆ ਜਾ ਸਕਦਾ, ਸੀਟਾਂ ਵੱਧ ਭਾਜਪਾ ਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ। ਪਰ ਇਹ ਸਾਰਾ ਕੁਝ ਤਾਂ ਵਾ ਜੇ ਸੱਚੀ ਮੁੱਚੀ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਜੇ, ਉਹ ਝਾਕ ਰੱਖਦੇ ਆ ਕਿ ਸਾਡੇ ਕੋਲ ਸੀਟਾਂ ਬਹੁਤ ਆਉਣੀਆਂ, ਜੀ ਆਉਂਦੀਆਂ ਕਿ ਨਹੀਂ ਆਉਂਦੀਆਂ। ਭਾਵੇਂ ਮੇਰੇ ਵਰਗੇ ਬੰਦੇ ਨੂੰ ਜਾਪਦਾ ਵੀ ਹੋਵੇ ਕਿ ਦੋਵੇਂ ਜਣੇ ਰਲਾ ਕੇ 20-25 ਸੀਟਾਂ ਤੱਕ ਨਹੀਂ ਜਾ ਸਕਦੇ, ਪਰ ਅਸੀਂ ਕਿਉਂ ਆਖੀਏ। ਅੱਜ ਕੱਲ੍ਹ ਰਿਵਾਜ ਹੈ ਕਿ ਅਗਲੇ ਦੀ ਗੱਲ ਵੀ ਕਰ ਲਓ, ਨਾਲੇ ਕਹਿ ਦਿਓ ਆਪਾਂ ਕਾਹਨੂੰ ਆਖਣਾ। ਇਸ ਕਰਕੇ ਆਪਾਂ ਵੀ ਕਾਹਨੂੰ ਆਖਣਾ, ਲਾਉਂਦੇ ਜ਼ੋਰ ਲਾ ਲੈਣ ਦਿਓ। ਜੀ ਪੰਨੂ ਸਾਹਿਬ, ਗੱਠਜੋੜ ਹੋ ਗਿਆ, ਉਧਰ ਇੱਕ ਹੋਰ ਸਿਆਸੀ ਪਾਰਟੀ ਬਣ ਗਈ ਹੈ ਸੰਯੁਕਤ ਸੰਘਰਸ਼ ਪਾਰਟੀ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪਾਰਟੀ ਬਣਾਈ ਹੈ, ਕੀ ਅਸਰ ਹੋ ਸਕਦਾ ਹੈ? ਜਦੋਂ ਕਿਸਾਨ ਦਿੱਲੀ 'ਚ ਬਾਰਡਰਾਂ 'ਤੇ ਬੈਠੇ ਕੇਂਦਰ ਸਰਕਾਰ ਨਾਲ ਲੜਦੇ ਪਏ ਸੀ, ਉਦੋਂ ਵੀ ਗੁਰਨਾਮ ਸਿੰਘ ਚੜੂਨੀ ਉੱਥੇ ਘੱਟ ਦਿਸਦਾ ਸੀ, ਪੰਜਾਬ ਵਿੱਚ ਵੱਧ ਦਿਸਦਾ ਸੀ। ਜੀ ਕਿਸਾਨ ਲੀਡਰ ਦੇ ਤੌਰ ਤੇ ਹਰਿਆਣੇ 'ਚ ਮਸ਼ਹੂਰ ਹੈ। ਹਰਿਆਣੇ ਦੇ ਵਿੱਚ ਸੰਘਰਸ਼ ਵਿੱਚ ਕਿੰਨਾ ਦਿਸਦਾ ਮੈਨੂੰ ਪਤਾ ਨਹੀਂ। ਪੰਜਾਬ ਵਿੱਚ ਵੀ ਸੰਘਰਸ਼ ਵਿੱਚ ਨਹੀਂ, ਇੱਥੇ ਅੱਡ-ਅੱਡ ਥਾਵਾਂ 'ਤੇ ਜਾ ਕੇ ਸਿਆਸੀ ਮੀਟਿੰਗਾਂ ਕਰਾਉਣ 'ਚ ਵੱਧ ਰੜਕਦਾ ਰਿਹਾ। ਕਦੇ ਕਿਤੇ ਕਰਤੀ, ਕਦੇ ਕਿਤੇ ਕਰਤੀ। ਲੁਧਿਆਣੇ ਦੇ ਵਿੱਚ ਕਾਰਖਾਨੇਦਾਰਾਂ ਦੀ ਇੱਕ ਮੀਟਿੰਗ ਕਰਾਤੀ, ਉਸ ਮੀਟਿੰਗ 'ਚ ਨਾਅਰਾ ਵੀ ਲਵਾਤਾ, ਅਗਲੀ ਵਾਰੀ ਮੁੱਖ ਮੰਤਰੀ ਕੌਣ ਚਾਹੀਦਾ, ਸਾਡਾ ਮੁੱਖ ਮੰਤਰੀ ਦਾ ਚਿਹਰਾ ਗੁਰਨਾਮ ਸਿੰਘ ਚੜੂਨੀ ਹੋਵੇਗਾ। ਜੀ ਜਿਹੜੇ ਗੁਰਨਾਮ ਸਿੰਘ ਚੜੂਨੀ ਨੂੰ ਹਰਿਆਣੇ ਦੇ ਵਿੱਚ ਉਹਦੇ ਆਪਣੇ ਹਲਕੇ 'ਚ 1% ਵੋਟਾਂ ਨਹੀਂ ਸੀ ਪਈਆਂ, ਉਹਦਾ ਲੁਧਿਆਣੇ ਵਾਲਿਆਂ ਨੇ ਇੰਨਾ ਮਾਣ ਤਾਣ ਕੀਤਾ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਤਾ। ਇਹ ਚੋਣ ਲੜੇ ਨਾ ਲੜੇ, ਜਿੱਤੇ ਨਾ ਜਿੱਤੇ, ਇਹ ਗੱਲ ਤਾਂ ਹੈਗੀ ਹੈ ਨਾ ਕਿ ਸਾਂਝੇ ਕਿਸਾਨ ਮੋਰਚੇ 'ਚ ਆਉਣ ਨਾਲ ਇਹਦੀ ਇਹੋ ਜਿਹੀ ਪਛਾਣ ਬਣੀ ਕਿ ਆਪਣੇ ਰਾਜ ਹਰਿਆਣੇ ਤੋਂ ਬਾਹਰ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਲੋਕਾਂ ਦੇ ਨਾਂ ਦੇ ਉੱਤੇ ਕੁਝ ਕਾਰਖਾਨੇਦਾਰਾਂ ਨੇ ਬਣਾਤਾ। ਚਲੋ ਇੱਦਾਂ ਸੀ। ਹੁਣ ਉਹਦੇ ਤੋਂ ਬਾਅਦ ਵੀ ਇਹ ਲੱਗਾ ਪਿਆ, ਇਹਨੇ ਆਪ ਚੋਣ ਲੜੀ ਸੀ, ਕਹਿੰਦੇ ਇਹਦੀ ਧਰਮ ਪਤਨੀ ਨੇ ਵੀ ਚੋਣ ਲੜੀ ਸੀ। ਜੇ ਉਹ ਗੱਲ ਠੀਕ ਆ ਤੇ ਜਿੰਨੀਆਂ ਵੋਟਾਂ ਬੀਬੀ ਬਲਵਿੰਦਰ ਕੌਰ ਨੂੰ ਪਈਆਂ 32,000, ਮੈਨੂੰ ਪਤਾ ਨਹੀਂ ਬੀਬੀ ਬਲਵਿੰਦਰ ਕੌਰ ਇਹਦੀ ਪਤਨੀ ਆ ਕਿ ਕਿਤੇ ਕਈ ਵਾਰੀ ਮੀਡੀਆ ਵਾਲੇ ਰਲਗੱਡ ਵੀ ਕਰ ਦਿੰਦੇ ਆ। ਉਹ ਕਹਿੰਦੇ ਇਹਦੀ ਪਤਨੀ ਬੀਬੀ ਬਲਵਿੰਦਰ ਕੌਰ ਨੇ ਚੋਣ ਲੜੀ ਸੀ। ਜੇ ਗੱਲ ਸੱਚੀ ਹੋਵੇ ਤੇ ਮੈਂ ਰਿਕਾਰਡ ਚੈੱਕ ਕੀਤਾ, ਰਿਕਾਰਡ 'ਚ ਬੀਬੀ ਬਲਵਿੰਦਰ ਕੌਰ ਦੀਆਂ 32,000 ਵੋਟਾਂ ਸੀ, ਅਸੈਂਬਲੀ ਵਾਸਤੇ ਨਹੀਂ, ਪਾਰਲੀਮੈਂਟ ਵਾਸਤੇ। ਜੀ ਤੇ ਜੇ 11 ਲੱਖ 'ਚੋਂ 32,000 ਸੀ, ਮੈਂ ਫਿਰ ਕਹਿਣਾ ਕਿ ਬੜੇ ਲੋਕ ਹੋਰ ਚੋਣਾਂ ਲੜਦੇ ਪਏ, ਬੜੀਆਂ ਪਾਰਟੀਆਂ ਬਣੀਆਂ ਪਈਆਂ, ਇੱਕ ਪਾਰਟੀ ਹੋਰ ਬਣ ਗਈ, ਅਸੀਂ ਕਾਹਨੂੰ ਬੁਰਾ ਆਖਣਾ, ਬਣਾਉਣ ਦਿਓ। ਰਾਜਨੀਤੀ ਕਰਨ ਦਾ ਬਾਕੀਆਂ ਦਾ ਹੱਕ ਹੈ ਤੇ ਇਹਦਾ ਵੀ ਹੱਕ ਹੈ। ਜੀ ਇੱਥੇ ਤਾਂ ਜਿਹੜੇ ਕਹਿੰਦੇ ਅਸੀਂ ਰਾਜਨੀਤੀ ਨਹੀਂ ਕਰਨੀ, ਲੋਕੀ ਉਹਨਾਂ ਤੋਂ ਵੀ ਕਰਾਈ ਜਾਂਦੇ ਆ। ਰੋਜ਼ ਖਬਰਾਂ ਆਉਂਦੀਆਂ ਜੀ ਬਲਬੀਰ ਸਿੰਘ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਨੇ ਕਹਿ ਦਿੱਤਾ ਕਿ ਤੂੰ ਸਾਡੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣ ਜਾ। ਉਹਨੇ ਕੱਲ੍ਹ ਆਖਿਆ, ਕਹਿੰਦਾ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਜੀ, ਮੈਨੂੰ ਤਾਂ ਅਗਲਿਆਂ ਪੇਸ਼ਕਸ਼ ਕੀਤੀ ਸੀ ਕਿ ਤੈਨੂੰ ਰਾਸ਼ਟਰਪਤੀ ਦੀ ਚੋਣ ਵੀ ਲੜਾਵਾਂਗੇ, ਹੁਣ ਮੈਂ ਉਹ ਲੜਨ ਤੁਰ ਪਵਾਂ, ਮੈਂ ਤਾਂ ਕੋਈ ਚੋਣ ਲੜ ਹੀ ਨਹੀਂ ਰਿਹਾ। ਉਹ ਕਹਿੰਦਾ ਮੇਰੇ ਨਾਂ 'ਤੇ ਆਪੇ ਬਿਆਨਬਾਜ਼ੀ ਕਰਦੇ ਕਰੀ ਜਾਂਦੇ, ਕੋਈ ਮੇਰੇ ਪੱਖ 'ਚ ਕਰੀ ਜਾਂਦਾ, ਕੋਈ ਮੇਰੇ ਵਿਰੋਧ 'ਚ ਕਰੀ ਜਾਂਦਾ, ਮੈਂ ਤੁਹਾਨੂੰ ਇੰਨਾ ਦੱਸ ਦਿਆਂ ਕਿ ਮੈਂ ਚੋਣ ਨਹੀਂ ਲੜਨੀ। ਹੁਣ ਜਿੱਦਾਂ ਦਾ ਉਹ ਆਦਮੀ ਹੈਗਾ, ਹਜੇ ਤੱਕ ਤਾਂ ਲੱਗਦਾ ਕਿ ਉਹ ਵਾਅਦੇ 'ਤੇ ਪੂਰਾ ਰਹੂ, ਪਰ ਜੇ ਇਹ ਕਹਿ ਕੇ ਮੈਂ ਚੋਣ ਨਹੀਂ ਲੜਨੀ, ਕੱਲ੍ਹ ਨੂੰ ਚੋਣ ਮੈਦਾਨ 'ਚ ਆ ਗਿਆ, ਫਿਰ ਲੋਕੀ ਹੁਣ ਤੱਕ ਦੀਆਂ ਜਿੰਨੀਆਂ ਉਹਦੀਆਂ ਸਟੇਟਮੈਂਟਾਂ ਉਹ ਸਾਰੀਆਂ ਇਕੱਠੀਆਂ ਕਰਕੇ ਉਹਦੇ ਖਿਲਾਫ ਵਰਤਣਗੇ। ਜੀ ਇਸ ਗੱਲ ਦਾ ਉਹਨੂੰ ਵੀ ਪਤਾ। ਤੇ ਮੈਂ ਇਸੇ ਕਰਕੇ ਕਹਿਣਾ ਕਿ ਬਲਬੀਰ ਸਿੰਘ ਰਾਜੇਵਾਲ ਚੋਣਾਂ 'ਚ ਨਹੀਂ ਆਊਗਾ ਤੇ ਉਹਦੀ ਪੋਜੀਸ਼ਨ ਖਰਾਬ ਹੋਊਗੀ। ਗੁਰਨਾਮ ਸਿੰਘ ਚੜੂਨੀ ਆ ਗਿਆ, ਚਲੋ ਬੈਸਟ ਆਫ ਲੱਕ, ਇਹਨੂੰ ਵੀ ਚੋਣ ਲੜ ਕੇ ਵੇਖ ਲੈਣ ਦਿਓ, ਪੰਜਾਬ ਦੇ ਲੋਕ ਵੇਖ ਲੈਣਗੇ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ। ਪੰਨ ਸਾਹਿਬ, ਤੁਸੀਂ ਵਾਅਦਿਆਂ ਦੀ ਗੱਲ ਕੀਤੀ ਹੈ, ਸਿਆਸਤਦਾਨ ਵਾਅਦੇ ਕਰਦੇ ਪਏ, ਗਰੰਟੀਆਂ ਦੇ ਰਹੇ ਆ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਅਰਵਿੰਦ ਕੇਜਰੀਵਾਲ ਆਮੋ ਸਾਹਮਣੇ ਹੈ। ਨਵਜੋਤ ਸਿੰਘ ਸਿੱਧੂ ਨੇ ਤਾਂ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ ਹੈ, ਕਹਿੰਦੇ ਆ ਜਾਓ ਜਦੋਂ ਗੱਲਬਾਤ ਕਰਨੀ ਹੈ। ਦੇਖੋ, ਇਕੱਲੇ ਵਾਅਦੇ ਨਹੀਂ ਕੀਤੇ ਜਾ ਰਹੇ, ਕਦੇ ਲਾਰੇ ਨਹੀਂ ਲਾਏ ਜਾ ਰਹੇ, ਭਰੋਸੇ ਨਹੀਂ ਦਿੱਤੇ ਜਾ ਰਹੇ, ਮਿਹਣੇ ਵੀ ਦਿੱਤੇ ਜਾ ਰਹੇ ਜੀ, ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਆ ਕੇ ਚੁਣੌਤੀ ਪੇਸ਼ ਕੀਤੀ ਹੁਣ ਦੀ ਸਰਕਾਰ ਨੂੰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ। ਉਹਦੇ ਡਿਪਟੀ ਮੁੱਖ ਮੰਤਰੀ ਨੇ ਜਾ ਕੇ ਚਰਨਜੀਤ ਸਿੰਘ ਚੰਨੀ ਦੇ ਹਲਕੇ 'ਚ ਇੱਕ ਸਕੂਲ ਹੀ ਵੇਖ ਕੇ ਰੌਲਾ ਪਾ ਦਿੱਤਾ, ਹੋਰ ਗੱਲਾਂ ਵੀ ਚੁੱਕਦੇ ਨੇ। ਜਵਾਬ ਵਿੱਚ ਚੰਨੀ ਕੁਛ ਨਹੀਂ ਕਰ ਸਕਿਆ। ਨਵਜੋਤ ਸਿੰਘ ਸਿੱਧੂ ਪਹਿਲਾਂ ਚੁੱਪ ਕਰਕੇ ਬੈਠਾ ਰਿਹਾ। ਜਿਸ ਦਿਨ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਥੋੜ੍ਹੀ ਜਿਹੀ ਸਹਿਮਤੀ ਹੋਈ, ਪੂਰੀ ਤੇ ਹੋਈ ਨਹੀਂ, ਤੇ ਮੈਨੂੰ ਲੱਗਦਾ ਹੋਣੀ ਵੀ ਕਦੇ ਨਹੀਂ,
ਪਰ ਜਿਸ ਦਿਨ ਥੋੜ੍ਹੀ ਜਿਹੀ ਸਹਿਮਤੀ ਹੋਈ, ਇਹ ਚੰਨੀ ਦੇ ਸਿਰ ਜਿਹੜੀ ਭਾਜੀ ਚੜ੍ਹੀ ਸੀ ਅਰਵਿੰਦ ਕੇਜਰੀਵਾਲ ਨੇ ਤੇ ਉਹਦੇ ਡਿਪਟੀ ਮੁੱਖ ਮੰਤਰੀ ਨੇ, ਜੀ ਉਹਨੂੰ ਲਾਉਣ ਵਾਸਤੇ ਇਹ ਦਿੱਲੀ ਮੁੱਖ ਮੰਤਰੀ ਕੇਜਰੀਵਾਲ ਦੀ ਕੋਠੀ ਅੱਗੇ ਚਲਾ ਗਿਆ, ਜਿੱਥੇ ਟੀਚਰਾਂ ਦਾ ਧਰਨਾ ਸੀ। ਉਹ ਧਰਨੇ 'ਚ ਬੋਲ ਹੈ, ਬਰਾਬਰ ਕਰੀ ਜਾਣ ਦਿਓ। ਇਹਦੇ ਨਾਲ ਉਹਨਾਂ ਟੀਚਰਾਂ ਦਾ ਕੋਈ ਭਲਾ ਨਹੀਂ ਹੋਇਆ। ਜਿਹੜੇ ਕੇਜਰੀਵਾਲ ਦੇ ਡਿਪਟੀ ਮੁੱਖ ਮੰਤਰੀ ਨੇ ਪੰਜਾਬ 'ਚ ਗੇੜਾ ਮਾਰਿਆ ਸੀ, ਪੰਜਾਬ ਦੇ ਟੀਚਰਾਂ ਦਾ ਵੀ ਕੋਈ ਭਲਾ ਨਹੀਂ ਸੀ ਹੋਇਆ। ਕੇਜਰੀਵਾਲ ਨੇ ਇੱਕ ਟੈਂਕੀ ਦੇ ਕੋਲ ਖਲੋ ਕੇ ਜਿਹੜੇ ਬੱਚੇ ਉੱਪਰ ਮੁੰਡੇ ਕੁੜੀਆਂ ਚੜ੍ਹੇ ਸੀ, ਉਹਨਾਂ ਨਾਲ ਸਪੀਕਰ 'ਤੇ ਗੱਲ ਕੀਤੀ ਸੀ, ਭਲਾ ਤੇ ਉਹਨਾਂ ਦਾ ਵੀ ਕੋਈ ਨਹੀਂ ਸੀ ਹੋਇਆ। ਜੀ, ਪਰ ਕੁਝ ਗੱਲਾਂ ਕਲੀਅਰ ਹੋ ਜਾਂਦੀਆਂ। ਇੱਕ ਤਾਂ ਇਹ ਕਿ ਸਿੱਧੀ ਲੜਾਈ ਬਣ ਗਈ, ਦੂਸਰੀ ਇਹਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਜਿਹੜਾ ਮੁੜ ਕੇ ਪ੍ਰਚਾਰ ਹੁੰਦਾ ਸੀ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ 'ਚ ਚੱਲ ਜਾਣਾ, ਜਦੋਂ ਨੇ ਜਾ ਕੇ ਕੇਜਰੀਵਾਲ ਦੇ ਬੂਹੇ ਅੱਗੇ ਬੋਲਿਆ, ਉਹਦੇ ਖਿਲਾਫ ਸਿੱਧਾ ਬੋਲ ਪਿਆ। ਉਸ ਤੋਂ ਬਾਅਦ ਹੁਣ ਕੋਈ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਜਾਊ ਤੇ ਉੱਥੇ ਮੁੱਖ ਮੰਤਰੀ ਦਾ ਚਿਹਰਾ ਬਣੂ। ਬਿਲਕੁਲ। ਅੱਜ ਹੁਣ ਫਿਰ ਸੁਲਤਾਨਪੁਰ ਲੋਧੀ ਜਾ ਕੇ ਬੋਲਿਆ, ਇੱਕੋ ਹਫ਼ਤੇ 'ਚ ਜਾ ਕੇ 2 ਵਾਰੀ ਸੁਲਤਾਨਪੁਰ ਲੋਧੀ ਬੋਲ ਗਿਆ। ਹਲਕਾ ਵੀ ਕੰਟਰੋਵਰਸ਼ਲ ਉਹਨੇ ਬਣਾਤਾ। ਉੱਥੋਂ ਦਾ ਜਿਹੜਾ MLA ਵਾ ਕਾਂਗਰਸ ਦਾ ਇਸ ਵੇਲੇ, ਉਹ ਪਹਿਲਾਂ ਹੀ ਵਾਦ-ਵਿਵਾਦ 'ਚ, ਖੱਬੇ ਸੱਜੇ ਵਾਲੇ ਜਿਹੜੇ MLA ਉਹਨਾਂ ਨਾਲ ਵਿਰੋਧ ਉਹਦੇ ਚੱਲਦੇ ਪਏ ਨੇ। ਇਹ ਮੁੜ ਕੇ ਉੱਥੇ ਜਾ ਕੇ ਬੋਲਿਆ। ਇਹਦੇ ਬੋਲਣ ਨਾਲ ਉਹਦਾ ਵਾਦ-ਵਿਵਾਦ ਵੀ ਵਧਣਾ। ਦੂਜਾ ਇਹ ਕਿ ਇਹਦੇ ਬਾਰੇ ਹੋਰ ਜ਼ਿਆਦਾ ਸਪਸ਼ਟ ਹੋ ਜਾਏਗਾ ਕਿ ਨਵਜੋਤ ਸਿੰਘ ਸਿੱਧੂ ਹੋਰ ਜੋ ਮਰਜ਼ੀ ਹੋਵੇ, ਜਿੰਨੀ ਤਿੱਖੀ ਤਕਰੀਰ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੀ ਹੈ, ਇਹ 75-25 ਕਹਿੰਦਾ ਹੁੰਦਾ ਸੀਗਾ ਕਾਂਗਰਸ ਤੇ ਅਕਾਲੀਆਂ ਦੀ। ਜੀ, ਅੱਜ ਇਹਨੇ ਕੀਤਾ ਕਿ ਕੀਤੀ ਇਹਨੇ ਵੀ 75-25, 75% ਕੇਜਰੀਵਾਲ ਦੇ ਖਿਲਾਫ ਤੇ 25% ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਰ ਦਿੱਤੀ ਹੈ। ਮੈਂ ਇੱਕ ਬੇਨਤੀ ਕਰੂੰਗਾ, ਸਾਡੇ ਪੰਜਾਬ ਦੇ ਇਹਨਾਂ ਲੀਡਰਾਂ ਦੀ ਜ਼ਬਾਨ ਇਸ ਵੇਲੇ ਥੋੜ੍ਹੀ ਵਿਗੜਦੀ ਜਾਂਦੀ ਹੈ। ਬਿਲਕੁਲ। ਕੋਈ ਕਿਸੇ ਨੂੰ ਲੰਬੂ ਕਹਿੰਦਾ, ਕੋਈ ਗੰਦੀ ਗਾਲ ਕੱਢ ਦਿੰਦਾ। ਅੱਜ ਉਹਨੇ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਗੋਲ ਗੱਪਾ ਕਹਿ ਦਿੱਤਾ। ਜੇ ਕੱਲ੍ਹ ਨੂੰ ਉਹਨਾਂ ਨੇ ਕੁਛ ਕਹਿ ਦਿੱਤਾ, ਫਿਰ ਬੁਰਾ ਮਨਾਉਣ ਦੀ ਲੋੜ ਨਹੀਂ। ਫਿਰ ਤਾਂ ਸਿੱਧੀ ਜਿਹੀ ਗੱਲ ਹੈ, ਤੁਸੀਂ ਵੀ ਕਹਿੰਦੇ ਆ ਇਹ ਰਾਜਨੀਤੀ ਤਾਂ ਖੂਹ ਦੀ ਆਵਾਜ਼ ਆ। ਖੂਹ ਦੇ ਵਿੱਚ ਜਾ ਕੇ ਕੰਢੇ 'ਤੇ ਖਲੋ ਕੇ ਉਹ 'ਚ ਮੂੰਹ ਐ ਕਰਕੇ ਤੇ ਆਵਾਜ਼ ਦਿਓ ਨਾ, ਜਿੱਦਾਂ ਦੀ ਆਵਾਜ਼ ਦਿਓ ਅੱਗੋਂ ਇੱਦਾਂ ਦੀ ਆਉਂਦੀ ਹੁੰਦੀ ਆ। ਜੀ, ਤੇ ਜਿਹੜੇ ਪਾਸੇ ਨੂੰ ਤੁਰ ਪਏ ਆ, ਉਹ 'ਚ ਬੜੀ ਦੂਰ ਤੱਕ ਜਾਊਗੀ ਗੱਲ। ਅਸੀਂ ਪਹਿਲਾਂ ਇੱਕ ਦੂਸਰੇ ਨੂੰ ਇੱਦਾਂ ਦੀਆਂ ਗਾਲਾਂ ਕੱਢਦੇ ਕਢਾਉਂਦੇ ਲੋਕ ਵੇਖੇ ਹੋਏ ਆ। ਤੇ ਅਜੇ ਰਾਜਨੀਤੀ ਦੀ ਇਹ ਜਿਹੜੀ ਚੋਣ ਜਿਹੜੀ ਇਸ ਵਾਰੀ ਦੀ ਸ਼ੁਰੂ ਨਹੀਂ ਹੋਈ, ਅਜੇ ਚੋਣ ਜਾਬਤਾ ਲੱਗਾ ਨਹੀਂਗਾ। ਤੇ ਜੇ ਹੁਣ ਤੋਂ ਇਹ ਹਾਲ ਹੋ ਗਿਆ ਤੇ ਫਿਰ ਤਾਂ ਇਹੋ ਆਖਿਆ ਜਾ ਸਕਦਾ, ਇਹ ਬੁੱਤ ਦਾ ਇਸ਼ਕ ਹੈ ਰੋਤਾ ਹੈ ਕਿਆ, ਆਗੇ ਦੇਖੀਏ ਹੋਤਾ ਹੈ ਕਿਆ। ਪਰ ਸਭ ਅਗਲੀ ਖਬਰ ਵੱਲ ਵਧਦੇ ਹਾਂ। ਬਾਦਲਾਂ ਦੀਆਂ ਬੱਸਾਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸੀ ਲੜਾਈ ਅਦਾਲਤ ਵਿੱਚ ਨਾ ਲੜੋ। ਰਾਜਾ ਵੜਿੰਗ ਦਾ ਕੋਈ ਬਿਆਨ ਨਹੀਂ ਹੈ ਤੇ ਦੂਸਰੇ ਪਾਸੇ ਬੋਲੇ ਸੁਖਬੀਰ ਸਿੰਘ ਬਾਦਲ ਹੁਣੀ ਵੀ ਨਹੀਂ ਗਏ। ਪਰ ਸੁਪਰੀਮ ਕੋਰਟ ਦੀ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਆ? ਮੈਂ ਇੱਕ ਗੱਲ ਤਾਂ ਇਹ ਸਮਝਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਤੇ ਉਹਨੇ ਉਹਦੇ ਤੋਂ ਬਾਅਦ ਕੰਮ ਕੀਤਾ। ਜੀ, ਦਿਨੇ ਵੀ ਲੱਗਾ ਰਿਹਾ, ਰਾਤ ਵੀ ਲੱਗਾ ਰਿਹਾ। ਪ੍ਰਾਈਵੇਟ ਬੱਸਾਂ ਦੇ ਆਪਰੇਸ਼ਨ ਰੁਕਾਏ, ਪੰਜਾਬ ਰੋਡਵੇਜ਼ ਦੇ ਤੇ ਪੈਪਸੂ ਦੇ ਨੇ ਗੇੜੇ ਵਧਾਤੇ, ਦੀ ਆਮਦਨ ਵਧਾਤੀ। ਇਹਦੇ ਤੋਂ ਪੰਜਾਬ ਦੇ ਲੋਕ ਖੁਸ਼ ਹੋਏ। ਪਰ ਦੂਜੀ ਗੱਲ, ਜਿਸ ਦਿਨ ਉਹਨੇ ਆਪਰੇਸ਼ਨ ਸ਼ੁਰੂ ਕੀਤੇ ਸੀ, ਸਭ ਤੋਂ ਪਹਿਲੇ ਦਿਨ ਹੀ ਇਹ ਗੱਲ ਮੈਂ ਆਖੀ ਸੀ ਵੀ ਇਕੱਲੇ ਅਕਾਲੀ ਇਹ ਕੰਮ ਨਹੀਂ ਕਰਦੇ, ਕਾਂਗਰਸੀ ਵੀ ਕਰਦੇ। ਜੇ ਰਾਜਾ ਵੜਿੰਗ ਇੱਕੋ ਪਾਰਟੀ ਦੇ ਲੀਡਰਾਂ ਦੀਆਂ ਬੱਸਾਂ ਫੜਨ ਲੱਗਾ ਰਿਹਾ, ਪੰਜਾਬ ਦੇ ਲੋਕਾਂ 'ਚ ਇਹ ਗੱਲ ਚਲੀ ਜਾਣੀ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਿਆਸੀ ਕੜਾਂ ਕੱਢਦਾ। ਜੀ, ਬਾਦਲਾਂ ਨਾਲ ਸਿਆਸੀ ਕੜ ਹੈਗੀ ਆ ਉਹਦੀ, ਕੱਢੀ ਆ, ਲੋਕਾਂ ਨੂੰ ਬੁਰਾ ਵੀ ਨਹੀਂ ਲੱਗਦਾ, ਕੱਢੀ ਜਾਣ ਦਿਓ। ਉਹ ਹਰਦੀਪ ਸਿੰਘ ਡਿੰਪੀ ਦੇ ਮਗਰ ਪੈ ਗਿਆ। ਮੈਂ ਡਿੰਪੀ ਨੂੰ ਸਾਫ ਸੁਥਰਾ ਨਹੀਂ ਮੰਨਦਾ, ਉਹ ਸਫਾਈਆਂ ਵੀ ਦੇਵੇ, ਮੈਂ ਨਹੀਂ ਮੰਨਦਾ। ਪਰ ਕਾਨੂੰਨ ਦੀ ਤੇ ਲੋਕਾਂ ਦੀ ਨਜ਼ਰ 'ਚ ਪਤਾ ਕੀ ਬਣਨਾ, ਉਹ ਇਹ ਹੈ ਕਿ ਹਰਦੀਪ ਸਿੰਘ ਡਿੰਪੀ ਨੇ ਪਿਛਲੀ ਵਾਰ ਵੀ ਇਹਦੇ ਮੁਕਾਬਲੇ ਚੋਣ ਲੜੀ ਸੀ, ਹੁਣ ਵੀ ਅਕਾਲੀ ਦਲ ਨੇ ਚੋਣ ਲੜੀ ਹੈ। ਇਹਨੂੰ ਸਾਰੇ ਪੰਜਾਬ 'ਚੋਂ ਇਕੱਲਾ ਡਿੰਪੀ ਦਿਸ ਰਿਹਾ। ਆਹ ਇਲਜ਼ਾਮ ਲੱਗਣਾ ਕਿ ਅਮਰਿੰਦਰ ਸਿੰਘ ਰਾਜਾ ਨਿੱਜੀ ਕਿਹੜ ਕੱਢਦਾ। ਜੀ, ਇਸ ਇਲਜ਼ਾਮ ਤੋਂ ਬਚਣਾ ਸੀ ਤੇ ਬਾਕੀ ਵੀ ਉੱਦਾਂ ਫੜਨੀਆਂ ਚਾਹੀਦੀਆਂ ਸੀ। ਡਿੰਪੀ ਦੀਆਂ 12 ਫੜੀਆਂ ਸੀ, ਕਿਸੇ ਦੂਜੇ ਦੀਆਂ 11 ਫੜਦਾ, ਕਿਸੇ ਕਾਂਗਰਸੀ ਦੀਆਂ 5 ਹੀ ਫੜ ਲੈਂਦਾ। ਇੱਥੇ ਹੈਗੇ ਨੇ ਕਾਂਗਰਸੀ ਜਿਹੜੇ ਕੰਮ ਕਰਦੇ ਆ, ਉਹਨਾਂ ਦੀਆਂ ਕਿੰਨੀਆਂ ਫੜੀਆਂ? ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛਿਆ ਜਾਵੇ ਤਾਂ ਸ਼ਾਇਦ ਉਹ ਦੱਸਣ ਦੇ ਵਿੱਚ ਸੰਕੋਚ ਮਹਿਸੂਸ ਕਰੇ। ਦੂਸਰੀ ਗਲਤੀ ਉਹ ਤੋਂ ਇਹ ਹੋਈ,
ਉਹ ਸਿਆਣੇ ਕਹਿੰਦੇ ਆ ਕਿ ਜਦੋਂ ਪੰਚਾਇਤ ਪਿੰਡ ਦੇ ਸਾਂਝੇ ਭਾਂਡੇ ਬਦਲਦੀ ਹੈ ਨਾ, ਤੇ ਵੱਡੀਆਂ ਦੇਗਾਂ ਦੇਗ ਬਰੇ ਜਿਹੜੇ ਨਾਲ 'ਚ 100 ਬੰਦੇ ਦਾ ਖਾਣਾ ਬਣਦਾ, ਉਹ ਕੱਲੀਆਂ ਨਹੀਂ ਬਦਲਦੇ ਜੀ, ਨਾਲ ਕੜਛੇ ਤੇ ਚਮਚੇ ਤੇ ਥਾਲ ਵੀ ਬਦਲ ਦਿੰਦੇ ਆ। ਇਹਨੂੰ ਇਸ ਗੱਲ ਦੀ ਸਮਝ ਨਹੀਂ ਆਈ। ਇਹ ਟਰਾਂਸਪੋਰਟ ਮੰਤਰੀ ਬਣ ਗਿਆ। ਇਹਨੂੰ ਚਾਹੀਦਾ ਸਭ ਤੋਂ ਪਹਿਲਾਂ ਉਸ ਟਰਾਂਸਪੋਰਟ ਮਹਿਕਮੇ 'ਚ ਉਹ ਅਫਸਰ ਜਿਹੜੇ ਪਿਛਲੀ ਸਰਕਾਰ ਦੇ ਚਹੇਤੇ ਸੀ ਉਹਨਾਂ ਨੂੰ ਪਾਸੇ ਕਰਦਾ ਨੇ ਨਹੀਂ ਕੀਤੇ। ਇੱਕ ਅਫਸਰ ਨੌਕਰੀ ਗਵਾ ਕੇ ਘਰ ਜਾਣ ਵਾਲਾ ਸੀ, ਵੱਡੇ ਬਾਦਲ ਸਾਹਿਬ ਦੇ ਪੈਰਾਂ 'ਚ ਬਹਿ ਗਿਆ, ਜਾ ਕੇ ਗਿੱਟਿਆਂ ਕੋਲੋਂ ਪੈਰ ਫੜ ਲਏ, ਤਰਲੇ ਮਾਰੀ ਗਿਆ, ਉਹਨਾਂ ਨੂੰ ਬਹਾਲ ਕਰ ਦਿੱਤਾ ਔਰ ਤਰਸ ਦੇ ਆਧਾਰ ਤੇ ਬਹਾਲ ਕੀਤਾ। ਹਾਲਾਂਕਿ ਅਦਾਲਤ 'ਚੋਂ ਕੇਸ ਹਾਰ ਚੁੱਕਾ ਸੀ। ਇਹਨੇ ਉਹਨੂੰ ਟਰਾਂਸਪੋਰਟ ਮਹਿਕਮੇ ਦਾ ਮੁਖੀ ਬਣਾ ਛੱਡਿਆ। ਕਾਂਗਰਸ ਦਾ ਇੱਕ ਹੋਰ ਮੰਤਰੀ ਉਹਨੂੰ ਆਪਣੇ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਬਣਾਉਣ ਨੂੰ ਫਿਰਦਾ ਸੀ, ਚੋਣ ਕਮਿਸ਼ਨ ਨੇ ਬਣਾਉਣ ਨਹੀਂ ਦਿੱਤਾ ਕਿਉਂਕਿ ਉੱਤੇ ਕਰਪਸ਼ਨ ਦੇ ਕੇਸ ਪੁਰਾਣੇ ਸਾਬਤ ਹੋ ਚੁੱਕੇ। ਇਹਨੇ ਉਸ ਬੰਦੇ ਨੂੰ ਲਾ ਛੱਡਿਆ। ਉਹਦੀ ਨੌਕਰੀ, ਉਹਦੇ ਪਰਿਵਾਰ ਹੀ ਇਸ ਗੱਲ ਤੇ ਪੜਿਆ ਵਿਚਰਦਾ ਕਿ ਬਾਦਲਾਂ ਨੇ ਪਾਲਿਆ ਸੀ। ਇਹਨੇ ਆਖਿਆ ਫਲਾਨਾ ਕੰਮ ਕਰਾਈ, ਬਾਟੀ ਕੱਢਦਾ, ਮੈਂ ਹੁਣੇ ਚਿੱਠੀ ਬਣਾ ਕੇ ਦਿੰਦਾ। ਇਹ ਚਿੱਠੀਆਂ ਉਹਦੇ ਤੋਂ ਬਣਵਾਉਂਦਾ ਰਿਹਾ ਜਿਹੜਾ ਬੰਦਾ ਬਾਦਲਾਂ ਦਾ ਸੀ। ਉਹਨੇ ਚਿੱਠੀਆਂ ਉਹ ਬਣਾਈਆਂ ਜਿਹੜੀਆਂ ਚਿੱਠੀਆਂ ਜਾ ਕੇ ਅਦਾਲਤ 'ਚ ਟਿਕ ਨਹੀਂ ਸੀ ਸਕਦੀਆਂ। ਕਸੂਰ ਉਹਦਾ ਤੇ ਕੋਈ ਨਹੀਂ। ਸਿਆਣਾ ਕੌਣ ਹੋਇਆ? ਅਮਰਿੰਦਰ ਸਿੰਘ ਰਾਜਾ ਵੜਿੰਗ ਕਿ ਉਹ? ਇਹਨੂੰ ਅਮਰਿੰਦਰ ਸਿੰਘ ਰਾਜੇ ਵੜਿੰਗ ਨੂੰ ਇਹ ਸਮਝ ਨਹੀਂ ਲੱਗੀ ਕਿ ਪੰਜਾਬੀ 'ਚ ਇੱਕ ਮੁਹਾਵਰਾ, ਮਾਂ ਨਾਲੋਂ ਹੇਜਲੀ ਸੋ ਫੱਫੇ ਕੁੱਟਣੀ। ਜਿਹੜੀ ਬਹੁਤੀ ਹੇਜਲੀ ਬਣੇ, ਮਾਂ ਨਾਲੋਂ ਵੀ ਵੱਧ ਹੇਜਲੀ ਬਣੇ। ਜਿਹੜਾ ਮੰਤਰੀ ਨਾਲੋਂ ਵੀ ਵੱਧ ਆਖੇ ਜੀ ਮੈਂ ਕਰੂੰ, ਵੱਟ ਕੱਢ ਦੂੰ, ਉਹਦਾ ਪਿਛੋਕੜ ਵੇਖ ਕੇ ਸਾਰੀਆਂ ਫਾਈਲਾਂ ਉਹਦੇ ਕੋਲ ਦੇ ਛੱਡੀਆਂ। ਤੇ ਜਿਸ ਦਿਨ ਹਾਈ ਕੋਰਟ 'ਚੋਂ ਕੇਸ ਹਾਰ ਗਿਆ, ਸ਼ਾਮ ਨੂੰ ਆ ਕੇ ਗੁੱਸਾ ਕੱਢਣ ਵਾਸਤੇ ਜਿਵੇਂ ਖਿਜਿਆ ਸੰਡਾ ਸਰਕੰਡੇ ਦੇ ਬੂਝਾਂ ਨੂੰ ਟੁੱਟਾ ਮਾਰਦਾ ਜੀ, ਆਉਂਦਾ ਸਰ ਉਸ ਅਫਸਰ ਦੀ ਬਦਲੀ ਕਰ ਦਿੱਤੀ। ਉਹਦੀ ਬਦਲੀ 15 ਦਿਨ ਪਹਿਲਾਂ ਕਿਉਂ ਨਾ ਕੀਤੀ? ਬੇਇੱਜ਼ਤੀ ਕਰਾ ਕੇ ਕਿਉਂ ਕੀਤੀ? ਇਹ ਹੋਮਵਰਕ ਕਿਹਨੇ ਕਰਨਾ ਸੀ? ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਨਹੀਂ ਕੀਤਾ। ਜਦੋਂ ਹਾਈ ਕੋਰਟ ਦੇ ਵਿੱਚ ਉੱਥੇ ਡਿੱਗ ਪਏ, ਇਹ ਸੁਪਰੀਮ ਕੋਰਟ ਨੂੰ ਭੇਜੇ। ਸੁਪਰੀਮ ਕੋਰਟ ਨੇ ਕਹਿ ਤਾ ਜੀ ਤੁਹਾਡੀ ਲੜਾਈ ਹੁਣ ਪੋਲੀਟੀਕਲ ਹੈ, ਇਹ ਪੋਲੀਟੀਕਲ ਲੜਾਈ ਤੁਸੀਂ ਬਾਹਰ ਲੜੋ, ਇਹ ਤੁਹਾਡੀ ਲੜਾਈ ਕੋਰਟਾਂ ਵਿੱਚ ਲੜਨ ਵਾਲੀ ਨਹੀਂ। ਕੱਲ੍ਹ ਦਾ ਫੈਸਲਾ ਅੱਜ ਦੇ ਅਖਬਾਰਾਂ 'ਚ ਆ ਗਿਆ। ਮੈਨੂੰ ਅਜੇ ਤੱਕ ਸਵੇਰ ਦਾ ਕੋਈ ਨਾ ਇੱਧਰੋਂ ਨਾ ਉੱਧਰੋਂ ਦੋਵੇਂ ਪਾਸਿਆਂ ਤੋਂ ਬਿਆਨ ਪੜ੍ਹਨ ਨੂੰ ਨਹੀਂ ਮਿਲਿਆ, ਪਰ ਲੋਕਾਂ ਵਿੱਚ ਗੱਲ ਕੀ ਜਾਵੇਗੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਗਾ ਕੰਮ ਨਹੀਂ ਸੀ ਕਰ ਰਿਹਾ ਤੇ ਸਿਆਸੀ ਲੜਾਈ ਲੜ ਰਿਹਾ ਸੀ। ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਜਿੰਨਾ ਚੰਗਾ ਕੰਮ ਕੀਤਾ ਵੀ ਹੈ, ਉਹ ਵੀ ਸਾਰਾ ਅਦਾਲਤ ਦੇ ਇਸ ਫਤਵੇ ਨਾਲ ਕਿ ਉਹ ਸਿਆਸੀ ਲੜਾਈ ਲੜਦਾ ਕਿਤੇ ਕਤਰੀ ਖੁੱਚ ਪੈ ਗਈ। ਜੀ, ਕੰਮ ਕਰਨਾ ਢੰਗ ਨਾਲ ਕਰਨਾ ਚਾਹੀਦਾ। ਜਿਹੜਾ ਇਹ ਢੰਗ ਨਹੀਂ ਵਰਤਿਆ, ਬੇਢੰਗਾ ਚੱਲ ਪਿਆ, ਉਹ 'ਚ ਆਪਣੀ ਵੀ ਬੇਇੱਜ਼ਤੀ ਕਰਾਈ, ਆਪਣੀ ਸਰਕਾਰ ਦੀ ਵੀ ਕਰਾਈ। ਤੇ ਹੁਣ ਇਸ ਗੱਲ ਨੂੰ ਕੱਲ੍ਹ ਨੂੰ ਚੋਣਾਂ ਦੇ ਵਿੱਚ ਉਹ ਸਾਰੇ ਇਹਦੇ ਖਿਲਾਫ, ਇਹਦੀ ਪਾਰਟੀ ਦੇ ਖਿਲਾਫ ਜਿਹੜੇ ਦੇ ਮਗਰ ਖੜੇ ਆ, ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ। ਚੰਨੀ ਦੇ ਵਿਚਾਰਾ ਬੋਲਦਾ ਹੀ ਘੱਟ ਹੈ, ਸਿੱਧੂ ਹੋਰੀ ਸਾਰੇ ਜਾਣੇ ਜਿਹੜੇ ਆ, ਇਹਨਾਂ ਸਾਰਿਆਂ ਦੇ ਖਿਲਾਫ ਤਵਾ ਲੱਗੂਗਾ ਕਿ ਇਹਨਾਂ ਨੇ ਲਾਇਆ ਸੀ ਜ਼ੋਰ। ਦੇਸ਼ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ। ਉਹਨਾਂ ਆਖਿਆ ਤੁਸੀਂ ਸਿਆਸੀ ਲੜਾਈ ਲੜਦੇ, ਫਿਰ ਕੀ ਜਵਾਬ ਦਿਓਗੇ? ਜੀ, ਸੋਚ ਕੇ ਨਹੀਂ ਚੱਲਿਆ ਜਾ ਸਕਦਾ। ਸੋਚ ਕੇ ਚੱਲਣਾ ਚਾਹੀਦਾ ਸੀ। ਬਿਨਾਂ ਹੋਮਵਰਕ ਕੀਤੇ ਤੋਂ ਇਹ ਪੱਟ ਤੇ ਥਾਪੀ ਮਾਰ ਕੇ ਨਿਕਲ ਆਏ, ਨੁਕਸਾਨ ਕਰਾ ਲਿਆ। ਪੱਟਾਂ ਦੇ ਥਾਪੀਆਂ ਮਾਰ ਮਾਰ ਕੇ ਪਨੂ ਸਾਹਿਬ ਕਈਆਂ ਨੇ ਪੱਟ ਲਾਲ ਵੀ ਕੀਤੇ ਆ। ਦੂਸਰੇ ਪਾਸੇ ਇੱਕ ਸਵਾਲ ਹੋ ਰਿਹਾ ਪਨੂ ਸਾਹਿਬ, ਚਰਚਾ ਚੱਲਦੀ ਪਈ ਹੈ ਕਿ ਨਸ਼ਿਆਂ ਦੇ ਮਾਮਲੇ ਤੇ ਰਿਪੋਰਟ ਜਿਹੜੀ ਹੈ ਉਹ 1-2 ਦਿਨ ਤੱਕ ਕੋਈ ਸੁਣਵਾਈ ਹੋ ਜਾਣੀ ਹੈ, ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਇਹ 'ਤੇ ਕਾਰਵਾਈ ਕਰ ਦੂਗੇ? ਦੇਖੋ, ਰੋਜ਼ ਹੀ ਅਸੀਂ ਸੁਣ ਲੈਂਦੇ ਹਾਂ, ਅੱਜ ਰਿਪੋਰਟ ਖੁੱਲ੍ਹ ਗਈ, ਸ਼ਾਮ ਤੱਕ ਖੁੱਲ੍ਹ ਗਈ, ਭਲਕ ਤੱਕ ਖੁੱਲ੍ਹ ਗਈ, ਪਰਸੋਂ ਤੱਕ ਖੁੱਲ੍ਹ ਗਈ ਜੀ, ਉਹ ਰਿਪੋਰਟ ਨਹੀਂ ਖੁੱਲ੍ਹਦੀ। ਅਸੀਂ ਇਹ ਵੀ ਸੁਣਿਆ ਕਿ ਸਿੱਧੂ ਸਾਹਿਬ ਕਹਿੰਦੇ ਮੈਨੂੰ ਪਤਾ ਰਿਪੋਰਟ 'ਚ ਕੀ ਆ, ਨਾਲ ਹੀ ਕਹਿੰਦੇ ਸੀਲਡ ਰਿਪੋਰਟ ਖੁੱਲ੍ਹਣੀ ਚਾਹੀਦੀ। ਜੇ ਸੀਲਡ ਰਿਪੋਰਟ ਤੁਹਾਨੂੰ ਖੁੱਲ੍ਹਣ ਦਾ ਕਿੱਦਾਂ ਪਤਾ? ਇਹ ਕਿੱਦਾਂ ਪਤਾ ਵੀ ਉਹ 'ਚ ਕੀ ਲਿਖਿਆ? ਸਿੱਧੂ ਸਾਹਿਬ ਦੀ ਧਰਮ ਪਤਨੀ ਨੇ ਮੀਡੀਆ ਦੇ ਸਾਹਮਣੇ ਆਖਿਆ ਮੈਨੂੰ ਪਤਾ ਰਿਪੋਰਟ ਦੇ ਪਹਿਲੇ ਸਫ਼ੇ ਤੇ ਫਲਾਣੇ ਅਕਾਲੀ ਲੀਡਰ ਦਾ ਨਾਂ ਲਿਖਿਆ। ਜਦੋਂ ਤੁਸੀਂ ਇਹ ਕਹਿੰਦੇ ਆ ਕਿ ਰਿਪੋਰਟ ਸੀਲਡ ਹੈ, ਫਿਰ ਤੁਹਾਨੂੰ ਕਿੱਦਾਂ ਪਤਾ ਉੱਤੇ ਆ ਲਿਖਿਆ? ਜੀ ਬੰਦ ਕੀ ਅਦਾਲਤ ਨੇ ਲੀਕ ਕੀਤੀ ਹੈ ਜਾਂ ਸਰਕਾਰ ਦੇ ਅਫਸਰਾਂ ਨੇ ਲੀਕ ਕੀਤੀ ਹੈ? ਉਹਦਾ ਤੇ ਅੱਜ ਕੱਲ੍ਹ ਬਹੁਤਾ ਕੁਝ ਰਹਿ ਹੀ ਨਹੀਂ ਗਿਆ, ਲੋਕਾਂ ਕੋਲ ਆ ਜਾਂਦੀਆਂ ਨੇ ਗੱਲਾਂ। ਪਰ ਅਸੀਂ ਇਹਨਾਂ ਗੱਲਾਂ ਨੂੰ ਇੱਕ ਹੱਦ ਤੋਂ ਵੱਧ ਵਜ਼ਨ ਨਹੀਂ ਦਿੰਦੇ। ਅਸੀਂ ਕਹਿੰਦੇ ਜੀ ਥਰੂ ਪ੍ਰੋਟੋਕੋਲ ਹੀ ਹੋਣਾ ਚਾਹੀਦਾ। ਜੇ ਬਕਾਇਦਾ ਅਦਾਲਤ ਜਾਂ ਸਰਕਾਰ ਜਾਰੀ ਕਰੇ ਤਾਂ ਅਸੀਂ ਉਹਦਾ ਰੈਫਰੈਂਸ ਦਿਆਂਗੇ। ਨਹੀਂ ਤਾਂ ਜਿਹੜਾ ਇਹ ਆ ਕਿ ਲੀਕ ਹੋ ਕੇ ਆਈ ਹੈ, ਲੀਕ ਹੋਈਆਂ ਦਾ ਅਸੀਂ ਰੈਫਰੈਂਸ ਨਹੀਂ ਦਿੰਦੇ। ਇਹ ਲੀਕ ਹੋਈਆਂ ਰਿਪੋਰਟਾਂ ਦਾ ਵੀ ਰੈਫਰੈਂਸ ਦੇਈ ਗਏ।
ਹੁਣ ਇਹ ਕਹਿੰਦੇ ਸੀ ਡਾਇਰੈਕਟਰ ਜਨਰਲ ਪੁਲਿਸ ਸਾਡੀ ਮਰਜ਼ੀ ਦਾ ਨਹੀਂ ਲਾਇਆ, ਕਾਰਜਕਾਰੀ ਲਾਤਾ। ਇਹਨੇ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦਿੱਤੀ ਸੀ। ਉਹਨੇ ਇਕਬਾਲਪ੍ਰੀਤ ਸਿੰਘ ਸਹੋਤੇ ਨੇ ਆਖਿਆ ਜੀ ਮੈਂ ਤਾਂ ਕੋਈ ਕਲੀਨ ਚਿੱਟ ਨਹੀਂ ਦਿੱਤੀ, ਅਸੀਂ ਤਾਂ ਕੇਸ CBI ਨੂੰ ਰੈਫਰ ਕਰਤਾ ਸੀ, ਚਿੱਟ ਮਿਲੀ ਤਾਂ ਉੱਥੋਂ ਮਿਲੀ, ਮੈਂ ਤਾਂ ਦਿੱਤੀ ਨਹੀਂ। ਪਰ ਉਹਦੇ ਬਾਵਜੂਦ ਕਹਿੰਦੇ ਸੀ ਇਹਨੂੰ ਹਟਾ ਦਿਓ। ਹਟਾਤਾ। ਉਹਦੀ ਥਾਂ ਦੇ ਉੱਤੇ ਸਿਧਾਰਥ ਚੱਟੋਪਾਧਿਆਏ ਨੂੰ ਲਿਆਂਦਾ। ਚੱਟੋਪਾਧਿਆਏ ਕੋਲ ਜੱਕੋ ਤੱਕੇ ਦਾ ਮਾਹੌਲ ਹੈ। 17 ਤਰੀਕ ਨੂੰ ਤੁਸੀਂ ਇਹਨੂੰ ਚਾਰਜ ਦਿੰਦੇ ਆ, 21 ਤਰੀਕ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਫੈਸਲਾ ਆ ਜਿਹੜਾ, ਉਸ ਪੈਨਲ ਦੇ ਵਿੱਚ ਜਿਹੜਾ ਸ਼ਾਰਟ ਲਿਸਟ ਕਰਨਾ, ਉਹ 'ਚ ਚੱਟੋਪਾਧਿਆਏ ਸਾਹਿਬ ਦਾ ਨਾਂ ਆਉਂਦਾ ਕਿ ਨਹੀਂ ਆਉਂਦਾ ਕਿਸੇ ਨੂੰ ਪਤਾ ਨਹੀਂ ਜੀ। ਪੰਜਾਬ ਦੇ ਲੋਕ ਜਾਣਦੇ ਆ ਕਿ ਚੱਟੋਪਾਧਿਆਏ ਇਮਾਨਦਾਰ ਆਦਮੀ ਹੈ, ਜਾਣਦੇ ਆ, ਸਿਆਣਾ। ਪਰ ਜੇ ਕੱਲ੍ਹ ਨੂੰ ਉਸ ਸਿਆਣੇ ਦਾ ਉਸ ਰਿਪੋਰਟ 'ਚ ਨਾ ਹੀ ਨਾ ਆਇਆ, ਫਿਰ ਜਿਨ੍ਹਾਂ ਦੇ ਖਿਲਾਫ ਤੁਸੀਂ ਲੱਗੇ ਅਸੀਂ ਆਹ ਕਰ ਦੇਣਾ ਉਹ ਕਰ ਦੇਣਾ, ਉਹਨਾਂ ਨੂੰ ਇੱਕ ਮੌਕਾ ਹੋਰ ਤੁਸੀਂ ਦਿਓਗੇ ਇਹ ਕਹਿਣ ਦਾ ਕਿ ਅਸੀਂ ਤਾਂ ਪਹਿਲੇ ਕਹਿੰਦੇ ਸੀ ਕੇਸ ਵਿੱਚ ਕੱਖ ਨਹੀਂ, ਸਿਆਸੀ ਤੌਰ 'ਤੇ ਕੇਸ ਬਣਦਾ ਨਹੀਂ, ਸਾਡੇ ਖਿਲਾਫ ਬਦੋ-ਬਦੀ ਬਣਾਇਆ ਜਾ ਰਿਹਾ। ਇਹੋ ਜਿਹੀ ਜਲਣ 'ਚ ਫਸਣ ਦਾ ਫਾਇਦਾ ਕੀ ਹੈ? ਨਵਜੋਤ ਸਿੰਘ ਸਿੱਧੂ ਨੂੰ ਵੱਧ ਪਤਾ ਹੋਊਗਾ। ਗੱਲ ਤਾਂ ਪੰਨੂ ਸਾਹਿਬ ਬਿਲਕੁਲ ਸਹੀ ਹੈ, ਪਰ ਤੁਸੀਂ ਸਾਰੀਆਂ ਖਬਰਾਂ ਤੇ ਡਿਟੇਲ ਨਾਲ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਕੋਈ ਸੁਝਾਅ ਹੁੰਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਹੁਣ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।